ਮੇਰਾ ਨਾਂ ਕਵਿਤਾ ਹੈ। ਪਿੰਡ ਵਿੱਚ ਜੰਮੀ ਪਲੀ ਸੀ। ਸਾਡੇ ਨਾਲ ਵਾਲੇ ਘਰ ਵਿੱਚ ਇੱਕ ਨਾਈ ਰਹਿੰਦਾ ਸੀ, ਪਰ ਮੈਨੂੰ ਉਹ ਸ਼ੁਰੂ ਤੋਂ ਹੀ ਅਜੀਬ ਲੱਗਦਾ ਸੀ। ਤੁਹਾਨੂੰ ਪਤਾ ਹੀ ਹੋਣਾ ਕਿ ਪਿੰਡ ਵਿੱਚ ਭਾਵੇਂ ਕੋਈ ਵੀ ਹੋਵੇ, ਉਹ ਚਾਚੇ ਤਾਏ ਹੁੰਦੇ ਨੇ ਤੇ ਨਾਨਕਿਆਂ ਵਿੱਚ ਸਾਰੇ ਮਾਮੇ। ਅੱਜ ਮੈਂ ਉਹਨਾਂ ਦੀਆਂ ਪੌੜੀਆਂ ਹੌਲੀ-ਹੌਲੀ ਚੜ੍ਹ ਰਹੀ ਸੀ। ਕਿੰਨੀ ਵਾਰੀ ਮੇਰੇ ਦਿਮਾਗ ਵਿੱਚ ਆਉਂਦਾ ਕਿ ਆਖਰ ਚਾਚਾ ਜੀ ਛੱਤ ਤੇ ਕਰਦੇ ਕੀ ਸੀ, ਅਤੇ ਭਾਵੇਂ ਮੈਂ ਉਸ ਨੂੰ ਚਾਚਾ ਕਹਿੰਦੀ ਸੀ, ਪਰ ਉਹ ਨਾਈ ਦਾ ਕੰਮ ਕਰਦਾ ਸੀ। ਅੱਜ ਮੈਂ ਇਹ ਸਾਰੀ ਗੱਲ ਪਤਾ ਕਰਨੀ ਸੀ ਕਿ ਆਖਰ ਉਹ ਬਾਲਗ ਕੁੜੀਆਂ ਦੇ ਨਾਲ ਕਰਦਾ ਕੀ ਸੀ। ਉਸ ਦਾ ਕੰਮ ਕਰਨ ਦਾ ਤਰੀਕਾ ਬਹੁਤ ਅਜੀਬ ਸੀ ਕਿ ਆਖਰ ਉਹ ਕਿਉਂ ਛੱਤ ਤੇ ਇਕੱਲੇ ਵਿੱਚ ਕੁੜੀਆਂ ਦੇ ਬਾਲ ਕੱਟਦੇ ਸੀ। ਕੁੜੀਆਂ ਦੇ ਘਰ ਦੇ ਵੀ ਨਾਲ ਨਹੀਂ ਸੀ ਜਾਂਦੇ ਤੇ ਚਾਚੀ ਨੂੰ ਵੀ ਕਦੇ ਨਹੀਂ ਸੀ ਛੱਤ ਤੇ ਦੇਖਿਆ। ਮੈਂ ਹਾਲੇ ਅੱਧੀਆਂ ਪੌੜੀਆਂ ਹੀ ਚੜ੍ਹੀ ਸੀ, ਐਨੇ ਨੂੰ ਇੱਕ ਉੱਚੀ ਗਰਜਦਾਰ ਆਵਾਜ਼ ਆਈ। ਮੈਂ ਡਰ ਗਈ। ਇਹ ਆਵਾਜ਼ ਚਾਚੀ ਦੀ ਸੀ। ਮੈਂ ਕਦੀ ਉਹਨਾਂ ਨੂੰ ਇੰਨੀ ਉੱਚੀ ਬੋਲਦੇ ਨਹੀਂ ਸੁਣਿਆ ਸੀ। ਸਾਡੇ ਪੌੜੀਆਂ ਨਹੀਂ ਸੀ, ਇਸ ਲਈ ਜੇਕਰ ਅਸੀਂ ਛੱਤ ਤੇ ਜਾਣਾ ਹੁੰਦਾ ਤਾਂ ਉਹਨਾਂ ਦੀਆਂ ਪੌੜੀਆਂ ਤੇ ਚਲੇ ਜਾਂਦੇ, ਪਰ ਰਾਤ ਨੂੰ ਕਦੀ ਨਹੀਂ ਸੀ ਜਾਂਦੇ। ਮੈਂ ਜਦੋਂ ਪਿੱਛੇ ਮੁੜ ਕੇ ਦੇਖਿਆ ਤਾਂ ਮੇਰੇ ਪਿੱਛੇ ਚਾਚੀ ਜੀ ਖੜੀ ਸੀ। ਮੈਨੂੰ ਬਾਹੋਂ ਫੜ ਕੇ ਖਿੱਚ ਕੇ ਨੀਚੇ ਲੈ ਆਈ ਤੇ ਪੁੱਛਿਆ, ਉੱਪਰ ਕਿਉਂ ਚੱਲੀ ਸੀ ਇੰਨੀ ਰਾਤ ਨੂੰ? ਮੈਂ ਘਬਰਾ ਕੇ ਕਿਹਾ ਕਿ ਮੈਨੂੰ ਬੇਚੈਨੀ ਜੀ ਹੋ ਰਹੀ ਸੀ, ਇਸ ਲਈ ਮੈਂ ਉੱਪਰ ਖੁੱਲ੍ਹੀ ਹਵਾ ਵਿੱਚ ਚੱਲੀ ਸੀ। ਚਾਚੀ ਨੇ ਕਿਹਾ ਕਿ ਤੈਨੂੰ ਪਤਾ ਨਹੀਂ ਕਿ ਰਾਧਿਕਾ ਆਪਣੇ ਬਾਲ ਉਤਰਵਾਉਣ ਤੇਰੇ ਚਾਚੇ ਤੋਂ ਆਈ ਹੈ, ਤੂੰ ਕੰਮ ਬੰਦ ਕਰਵਾਉਣਾ ਸਾਡਾ। ਚਾਚੀ ਨੇ ਮੈਨੂੰ ਕਿਹਾ ਕਿ ਤੇਰੇ ਪਿਓ ਦੇ ਜਾਣ ਮਗਰੋਂ ਤੇਰੀ ਮਾਂ ਨਾਲ ਜ਼ਿਆਦਾ ਪਿਆਰ ਹੋ ਗਿਆ ਹੈ, ਇਸ ਲਈ ਮੈਂ ਤੇ ਤੇਰੇ ਚਾਚਾ ਜੀ ਤੈਨੂੰ ਹਮੇਸ਼ਾ ਆਪਣੀ ਧੀ ਮੰਨਦੇ ਹਾਂ, ਪਰ ਤੇਰੇ ਚਾਚੇ ਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਕਿ ਕੋਈ ਉਹਨਾਂ ਦੇ ਕੰਮ ਵਿੱਚ ਦਖਲ ਦੇਵੇ। ਇੱਥੋਂ ਤੱਕ ਮੈਂ ਵੀ ਨਹੀਂ। ਅੱਗੇ ਤੋਂ ਮੈਨੂੰ ਤੂੰ ਛੱਤ ਤੇ ਨਜ਼ਰ ਨਾ ਆਵੇਂ, ਉਹ ਵੀ ਰਾਤ ਨੂੰ। ਨਹੀਂ, ਤੇਰੇ ਨਾਲ ਚੰਗਾ ਨਹੀਂ ਹੋਣਾ। ਮੈਂ ਤੇਰੇ ਚਾਚੇ ਨੂੰ ਦੱਸ ਦੇਣਾ। ਮੈਂ ਬਹੁਤ ਡਰ ਗਈ ਸੀ ਕਿਉਂਕਿ ਮੈਂ ਚਾਚਾ ਜੀ ਤੋਂ ਬਹੁਤ ਡਰਦੀ ਸੀ। ਮੇਰੇ ਚਾਚੀ ਤੋਂ ਮਾਫ਼ੀ ਮੰਗੀ ਅਤੇ ਚਾਚੀ ਨੇ ਕਿਹਾ ਕਿ ਤੂੰ ਜਾ ਕੇ ਸੌਂ ਜਾ, ਕਿਉਂਕਿ ਸਾਡੇ ਕਮਰੇ ਇੱਕ ਵਿਹੜੇ ਵਿੱਚ ਹੀ ਸੀ। ਮੈਂ ਆਪਣੇ ਕਮਰੇ ਵਿੱਚ ਗਈ ਤੇ ਮੰਜੇ ਤੇ ਪੈ ਗਈ। ਇਹੋ ਸੋਚ ਰਹੀ ਸੀ ਕਿ ਪਿੰਡ ਦੇ ਬਾਕੀ ਨਾਈ ਪਿੰਡ ਦੇ ਵਿਚਕਾਰ ਸਭ ਦੇ ਸਾਹਮਣੇ ਵਾਲ ਕੱਟਦੇ ਨੇ, ਉਹਨਾਂ ਨੂੰ ਤਾਂ ਕੋਈ ਇਕੱਲਾਪਨ ਨਹੀਂ ਚਾਹੀਦਾ, ਪਰ ਚਾਚਾ ਜੀ ਨੂੰ ਸ਼ਾਂਤੀ ਵਿੱਚ ਇਕੱਲੇ ਵਾਲ ਕੱਟਣਾ ਕਿਉਂ ਪਸੰਦ ਸੀ। ਮੈਂ ਤਾਂ ਇਹੋ ਸੋਚ ਵਿੱਚ ਰਹਿੰਦੀ। ਇੱਕੋ ਬਰਾਦਰੀ ਦੇ ਹੋਣ ਕਰਕੇ ਉਹ ਮੇਰੇ ਸਗੇ ਚਾਚਾ ਜੀ ਵਾਂਗ ਸੀ। ਉਹ ਹਮੇਸ਼ਾ ਮੇਰੇ ਉੱਤੇ ਪਾਬੰਦੀ ਲਾਉਂਦੇ ਰਹਿੰਦੇ ਸਨ। ਇਹ ਨਹੀਂ ਕਰਨਾ, ਕਿਸੇ ਦੇ ਘਰ ਨਹੀਂ ਜਾਣਾ। ਮਾਂ ਵੀ ਮੈਨੂੰ ਕਹਿ ਦਿੰਦੀ ਕਿ ਤੂੰ ਆਪਣੇ ਚਾਚੇ ਦਾ ਕਹਿਣਾ ਮੰਨਿਆ ਕਰ। ਚਾਚਾ ਮੈਨੂੰ ਹਮੇਸ਼ਾ ਹੀ ਕਹਿੰਦਾ ਕਿ ਤੇਰੇ ਪਿਓ ਤੋਂ ਬਾਅਦ ਤੂੰ ਮੇਰੀ ਜ਼ਿੰਮੇਵਾਰੀ ਹੈ। ਕਦੀ-ਕਦੀ ਮੈਨੂੰ ਬਹੁਤ ਗੁੱਸਾ ਆਉਂਦਾ ਕਿ ਮੈਂ ਚਾਚਾ ਜੀ ਤੋਂ ਆਪਣੀ ਜਾਨ ਛੁਡਾ ਲਵਾਂ, ਪਰ ਉਹ ਵੀ ਆਸਾਨ ਨਹੀਂ ਸੀ ਕਿਉਂਕਿ ਉਹ ਨਾਈ ਦਾ ਕੰਮ ਕਰਦੇ ਸੀ, ਜੋ ਕਿ ਬਹੁਤ ਅਜੀਬ ਸੀ। ਉਹ ਮਹੀਨੇ ਵਿੱਚ 1-2 ਵਾਰ ਬਾਲ ਕੱਟਦੇ ਸੀ, ਬਾਕੀ ਦਿਨ ਤਾਂ ਘਰ ਹੀ ਹੁੰਦੇ ਸਨ, ਮੇਰੇ 'ਤੇ ਨਜ਼ਰ ਰੱਖਦੇ ਸਨ। ਮੇਰੇ ਪਿਓ ਦੇ ਜਾਣ ਮਗਰੋਂ ਉਹ ਮੇਰੇ 'ਤੇ ਆਪਣਾ ਪੂਰਾ ਹੱਕ ਸਮਝਦੇ ਸੀ। ਉਹਨਾਂ ਦੇ ਵਿਆਹ ਨੂੰ 6 ਸਾਲ ਹੋ ਗਏ ਸਨ। ਚਾਚੀ ਹਮੇਸ਼ਾ ਡਰੀ ਹੋਈ ਰਹਿੰਦੀ ਸੀ, ਪਰ ਮੇਰੀ ਮਾਂ ਬਹੁਤ ਹਸਮੁਖ ਸੁਭਾਅ ਦੀ ਸੀ ਤੇ ਚਾਚੇ ਤੋਂ ਬਿਲਕੁਲ ਨਹੀਂ ਡਰਦੀ ਸੀ, ਜਦੋਂ ਕਿ ਚਾਚੀ ਡਰ ਕੇ ਹਰ ਗੱਲ ਮੰਨਦੀ ਸੀ। ਸ਼ਾਇਦ ਇਸ ਲਈ ਕਿਉਂਕਿ ਚਾਚੀ ਦੇ ਕੋਈ ਔਲਾਦ ਨਹੀਂ ਸੀ ਹੋਈ, ਪਰ ਮੈਨੂੰ ਮੇਰਾ ਚਾਚਾ ਬਿਲਕੁਲ ਪਸੰਦ ਨਹੀਂ ਸੀ। ਉਸ ਦਾ ਕਾਰਨ ਮੇਰਾ ਬਚਪਨ ਡਰ ਕੇ ਲੰਘ ਰਿਹਾ ਸੀ। ਹੁਣ ਮੈਂ ਵੱਡੀ ਹੋ ਗਈ ਸੀ ਤੇ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੇਰੇ ਚਾਚਾ ਜੀ ਕੀ ਕੰਮ ਕਰਦੇ ਹਨ। ਉਹ ਆਦਮੀ ਹੋ ਕੇ ਵੀ ਆਦਮੀਆਂ ਦੇ ਵਾਲ ਨਹੀਂ ਸੀ ਕੱਟਦੇ। ਇਹ ਗੱਲ ਬਹੁਤ ਹੈਰਾਨੀ ਵਾਲੀ ਸੀ। ਇਸ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਕਿ ਉਹ ਬਾਲਗ ਕੁੜੀਆਂ ਦੇ ਵਾਲ ਕੱਟਦੇ ਸੀ। ਮੈਨੂੰ ਤਾਂ ਬਹੁਤ ਬੇਚੈਨੀ ਸੀ ਕਿ ਪਤਾ ਲੱਗੇ ਕਿ ਉਹ ਇਹ ਕੰਮ ਕਿਉਂ ਕਰਦੇ ਸੀ, ਤੇ ਉਹ ਵੀ ਅੱਧੀ ਰਾਤ ਨੂੰ। ਉਹ ਕੁੜੀ ਨੂੰ ਘਰ ਬੁਲਾ ਕੇ ਛੱਤ ਤੇ ਲਿਜਾ ਕੇ ਵਾਲ ਕੱਟਦਾ ਸੀ। ਮੈਂ ਚਾਹੁੰਦੀ ਸੀ ਕਿ ਚਾਚੇ ਨੂੰ ਕਿਸੇ ਦਿਨ ਦੇਖਾਂ ਕਿ ਆਖਰ ਉਹ ਕਿਵੇਂ ਵਾਲ ਕੱਟਦੇ ਹਨ। ਦੂਜੇ ਪਾਸੇ ਪਿੰਡ ਵਿੱਚ ਇਹ ਗੱਲ ਮਸ਼ਹੂਰ ਸੀ ਕਿ ਜਿਸ ਕੁੜੀ ਦੇ ਵਾਲ ਮੇਰਾ ਚਾਚਾ ਕੱਟਦਾ ਸੀ, ਉਹ ਕੁੜੀ ਬਹੁਤ ਸੋਹਣੀ ਲੱਗਦੀ ਸੀ। ਹੋਰ ਤੇ ਹੋਰ ਉਸ ਦਾ ਵਿਆਹ ਵਧੀਆ ਤੇ ਅਮੀਰ ਘਰ ਵਿੱਚ ਹੋ ਜਾਂਦਾ ਸੀ। ਇਸ ਕਰਕੇ ਪਿੰਡ ਦੇ ਲੋਕ ਆਪਣੀਆਂ ਕੁੜੀਆਂ ਨੂੰ ਮੇਰੇ ਚਾਚੇ ਕੋਲ ਭੇਜ ਦਿੰਦੇ ਤਾਂ ਜੋ ਉਹਨਾਂ ਦੀ ਕਿਸਮਤ ਬਦਲ ਜਾਵੇ। ਪਰ ਮੈਨੂੰ ਇਹ ਗੱਲ ਅਜੀਬ ਲੱਗੀ
ਕਿ ਚਾਚਾ ਜੀ ਤੋਂ ਵਾਲ ਕਟਵਾ ਕੇ ਕਿਸੇ ਦੀ ਕਿਸਮਤ ਕਿੱਦਾਂ ਬਦਲ ਸਕਦੀ ਹੈ। ਮੈਂ ਬਹੁਤ ਵਾਰੀ ਪਤਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਚਾਚਾ ਜੀ ਕਿਸੇ ਕੁੜੀ ਨੂੰ ਲੈ ਕੇ ਛੱਤ 'ਤੇ ਜਾਂਦੇ, ਮੇਰੀ ਚਾਚੀ ਪੌੜੀਆਂ ਵਿੱਚ ਬੈਠ ਜਾਂਦੀ ਸੀ। ਪਰ ਹੁਣ ਮੇਰੀ ਬਚਪਨ ਦੀ ਸਹੇਲੀ ਰਜਨੀ ਬਾਲਗ ਹੋਣੀ ਸੀ, ਉਸ ਨੂੰ ਵੀ ਵਾਲ ਕਟਵਾਉਣ ਲਈ ਲੈ ਕੇ ਆਏ। ਮੈਂ ਖੁਸ਼ ਸੀ ਕਿ ਮੇਰੀ ਸਹੇਲੀ ਤੋਂ ਮੈਂ ਸਵੇਰੇ ਪੁੱਛ ਲੈਣਾ ਕਿ ਚਾਚੇ ਨੇ ਉਸ ਦੇ ਵਾਲ ਕਿਵੇਂ ਕੱਟੇ। ਅਗਲੇ ਦਿਨ ਉਹ ਸਕੂਲ ਆਈ ਤੇ ਮੈਂ ਉਸ ਨੂੰ ਪੁੱਛਿਆ ਤਾਂ ਉਹ ਬਿਲਕੁਲ ਵੀ ਨਹੀਂ ਸੀ ਬੋਲੀ। ਚੁੱਪਚਾਪ ਕਲਾਸ ਵਿੱਚ ਬੈਠੀ ਸੀ। ਉਸ ਦੇ ਵਾਲ ਬਹੁਤ ਅਜੀਬ ਲੱਗ ਰਹੇ ਸੀ। ਸਾਰੇ ਬੱਚੇ ਉਸ ਨੂੰ ਚਿੜਾ ਰਹੇ ਸੀ, ਪਰ ਉਹ ਕੁਝ ਨਾ ਬੋਲੀ। ਇੰਨੀ ਹਸਮੁਖ ਕੁੜੀ ਕਿਵੇਂ ਚੁੱਪ ਹੋ ਗਈ ਸੀ? ਮੈਂ ਹੁਣ ਪਤਾ ਕਰਨਾ ਸੀ ਕਿ ਗੱਲ ਕੀ ਹੈ। ਮੈਂ ਉਸ ਬਾਰੇ ਮਾਂ ਨੂੰ ਦੱਸਿਆ ਤਾਂ ਮਾਂ ਨੇ ਕਿਹਾ ਕਿ ਪਾਗਲ, ਉਹ ਬਾਲਗ ਹੋ ਗਈ ਹੈ ਤਾਂ ਹੀ ਬਦਲ ਗਈ ਹੈ। ਮੇਰੀ ਮਾਂ ਮੈਨੂੰ ਹਮੇਸ਼ਾ ਬੋਲਦੀ ਕਿ ਤੂੰ ਚਾਚੇ ਦੀ ਗੱਲ ਮੰਨਿਆ ਕਰ, ਕਿਉਂਕਿ ਇੱਕ ਚਾਚਾ ਜੀ ਹੀ ਸੀ ਜੋ ਮੇਰਾ ਤੇ ਮੇਰੀ ਮਾਂ ਦਾ ਧਿਆਨ ਰੱਖਿਆ ਕਰਦੇ ਸੀ। ਸਾਡਾ ਸਾਰਾ ਖਰਚਾ ਉਹੀ ਚੁੱਕਦੇ ਸਨ। ਮੇਰੀ ਮਾਂ ਕਹਿੰਦੀ ਕਿ ਉਸ ਦੀ ਕੋਈ ਔਲਾਦ ਨਹੀਂ ਹੈ, ਉਹ ਤੈਨੂੰ ਹੀ ਆਪਣਾ ਬੱਚਾ ਸਮਝਦਾ ਹੈ ਤੇ ਤੇਰੇ ਭਲੇ ਕਰਕੇ ਹੀ ਤੈਨੂੰ ਟੋਕਦਾ ਹੈ। ਮੈਨੂੰ ਮਾਂ ਦੀ ਗੱਲ ਸੱਚੀ ਲੱਗਦੀ ਸੀ। ਕਿਸੇ ਹੋਰ ਨੇ ਸਾਡੀ ਕਦੀ ਸਾਰ ਨਹੀਂ ਸੀ ਲਈ। ਜੇਕਰ ਮੇਰਾ ਚਾਚਾ ਸਾਡਾ ਧਿਆਨ ਨਾ ਰੱਖਦਾ ਤਾਂ ਸਾਡਾ ਮਾਂ ਧੀ ਦਾ ਪਤਾ ਨਹੀਂ ਕੀ ਹੁੰਦਾ। ਮੇਰਾ ਚਾਚਾ ਜਦੋਂ ਵੀ ਕਿਸੇ ਕੁੜੀ ਦੇ ਵਾਲ ਕੱਟਦਾ, ਛੱਤ 'ਤੇ ਹੀ ਕੱਟਦਾ, ਉਹ ਵੀ ਅੱਧੀ ਰਾਤ ਨੂੰ। ਉਹ ਨੀਲੇ ਰੰਗ ਦੇ ਕੱਪੜੇ ਪਾਉਂਦਾ ਸੀ ਤੇ ਜਦੋਂ ਕੁੜੀ 3 ਘੰਟੇ ਬਾਅਦ ਜਾਂਦੀ ਤਾਂ ਚਾਚਾ ਜੀ ਵੀ ਕੁਝ ਦੇਰ ਬਾਅਦ ਨੀਚੇ ਆਉਂਦੇ ਤੇ ਉਹਨਾਂ ਦਾ ਸਾਹ ਫੁੱਲਿਆ ਹੁੰਦਾ ਸੀ ਤੇ ਕੱਪੜੇ ਬਦਲੇ ਹੁੰਦੇ ਸੀ। ਇੱਕ ਦਿਨ ਮੈਂ ਰਾਤ ਨੂੰ ਪਾਣੀ ਪੀਣ ਲਈ ਵਿਹੜੇ ਵਿੱਚ ਆਈ ਤਾਂ ਚਾਚਾ ਜੀ ਦਾ ਬੁਰਾ ਹਾਲ ਸੀ ਅਤੇ ਸਾਹ ਫੁੱਲਿਆ ਹੋਇਆ ਸੀ। ਉਹ ਪੌੜੀਆਂ ਤੋਂ ਉਤਰ ਰਹੇ ਸੀ ਜਿੱਦਾਂ ਪਤਾ ਨਹੀਂ ਕਿੰਨਾ ਹੀ ਭਾਰੀ ਕੰਮ ਕੀਤਾ ਹੋਵੇ। ਅਗਲੇ ਦਿਨ ਹਰ ਵਾਰ ਦੀ ਤਰ੍ਹਾਂ ਚਾਚੀ ਕਮਰੇ ਤੋਂ ਬਾਹਰ ਸੀ ਤੇ ਚਾਚਾ ਜੀ ਸੋ ਰਹੇ ਸੀ। ਮੈਂ ਰਸੋਈ ਵਿੱਚ ਗਈ ਤਾਂ ਚਾਚੀ ਜੀ ਇੱਕ ਕੋਨੇ ਵਿੱਚ ਖੜੇ ਹੋ ਕੇ ਰੋ ਰਹੇ ਸੀ। ਮੈਂ ਪੁੱਛਿਆ, ਕੀ ਗੱਲ ਚਾਚੀ ਜੀ, ਤੁਸੀਂ ਰੋ ਕਿਉਂ ਰਹੇ ਹੋ? ਉਹਨਾਂ ਅੱਖਾਂ ਸਾਫ਼ ਕਰਕੇ ਕਿਹਾ ਕਿ ਕੁਝ ਨਹੀਂ, ਮੈਂ ਕਿਉਂ ਰੋਣਾ ਹੈ। ਮੈਂ ਵਾਪਸ ਚਲੀ ਗਈ, ਪਰ ਹੁਣ ਮੈਨੂੰ ਚਾਚੇ ਤੋਂ ਨਫ਼ਰਤ ਹੋ ਗਈ ਸੀ, ਕਿਉਂਕਿ ਮੈਨੂੰ ਪਤਾ ਸੀ ਕਿ ਚਾਚੀ ਉਹਨਾਂ ਕਰਕੇ ਹੀ ਰੋ ਰਹੀ ਸੀ। ਫਿਰ ਇੱਕ ਦਿਨ ਉਹ ਵੀ ਆਇਆ। ਮੇਰੀ ਮਾਂ ਨੇ ਮੈਨੂੰ ਕਿਹਾ ਕਿ ਮੈਂ ਵੀ ਚਾਹੁੰਦੀ ਹਾਂ ਕਿ ਤੂੰ ਵੀ ਆਪਣੀ ਕਿਸਮਤ ਆਪਣੇ ਚਾਚੇ ਤੋਂ ਚਮਕਾ ਲੈ। ਮੈਂ 13 ਸਾਲ ਦੀ ਹੋ ਗਈ ਸੀ। ਮੈਨੂੰ ਸੋਚ ਕੇ ਡਰ ਲੱਗ ਰਿਹਾ ਸੀ ਕਿ ਮੈਂ ਜਦੋਂ ਗੰਜੀ ਹੋ ਜਾਊਂਗੀ ਤਾਂ ਮੇਰੇ ਤੇ ਸਕੂਲ ਵਿੱਚ ਸਭ ਹੱਸਣਗੇ। ਮੈਨੂੰ ਡਰ ਲੱਗਣ ਲੱਗਾ ਸੀ ਕਿ ਪਿੰਡ ਦੀਆਂ ਕੁੜੀਆਂ ਵਾਂਗ ਮੇਰਾ ਵੀ ਮਜ਼ਾਕ ਬਣ ਜਾਣਾ। ਮੈਂ ਮਾਂ ਨੂੰ ਕਿਹਾ ਕਿ ਮੈਂ ਹੱਥ ਜੋੜਦੀ ਹਾਂ, ਮੈਂ ਨਹੀਂ ਚਾਚਾ ਜੀ ਤੋਂ ਵਾਲ ਕਟਵਾਉਣੇ। ਮੇਰੀ ਮਾਂ ਨੇ ਮੈਨੂੰ ਗੁੱਸੇ ਵਿੱਚ ਕਿਹਾ, ਤੈਨੂੰ ਪਤਾ ਨਹੀਂ ਕਿ ਪਿੰਡ ਦੇ ਲੋਕ ਤੇਰੇ ਚਾਚੇ ਕੋਲ ਆਪਣੀਆਂ ਕੁੜੀਆਂ ਭੇਜਦੇ ਹਨ ਕਿ ਉਹਨਾਂ ਦੀ ਕਿਸਮਤ ਚਮਕ ਜਾਵੇ। ਫਿਰ ਤੂੰ ਤਾਂ ਆਪਣੇ ਘਰ ਦੀ ਕੁੜੀ ਹੈ, ਤੈਨੂੰ ਵੀ ਇਸ ਦਾ ਫਾਇਦਾ ਚੁੱਕਣਾ ਚਾਹੀਦਾ ਹੈ। ਜੋ ਕੁੜੀਆਂ ਤੇਰੇ ਚਾਚੇ ਤੋਂ ਵਾਲ ਕਟਵਾਉਂਦੀਆਂ ਨੇ, ਉਹਨਾਂ ਨੂੰ ਵਧੀਆ ਘਰ ਤੇ ਜਲਦੀ ਵਿਆਹ ਹੋ ਜਾਂਦਾ ਹੈ। ਮਾਂ ਨੇ ਚਾਚੇ ਨੂੰ ਕਿਹਾ ਕਿ ਅੱਜ ਰਾਤ ਤੂੰ ਪ੍ਰੀਤ ਦੇ ਵਾਲ ਕੱਟਣੇ ਨੇ। ਚਾਚੇ ਦੇ ਮੂੰਹ ਦਾ ਰੰਗ ਫਿੱਕਾ ਪੈ ਗਿਆ ਤੇ ਬੋਲੇ ਕਿ ਆਪਣੀ ਪ੍ਰੀਤ ਬਾਲਗ ਹੋ ਗਈ ਹੈ। ਮਾਂ ਨੇ ਕਿਹਾ ਹਾਂ। ਇਹ ਕਹਿ ਕੇ ਮੈਨੂੰ ਚਾਚੇ ਨਾਲ ਛੱਤ 'ਤੇ ਭੇਜ ਦਿੱਤਾ। ਮੈਂ ਚਾਚੇ ਦੇ ਅੱਗੇ ਹੱਥ ਜੋੜਦੀ ਰਹੀ ਕਿ ਮੈਂ ਵਾਲ ਨਹੀਂ ਕਟਵਾਉਣੇ। ਮੈਨੂੰ ਰੋਣਾ ਆ ਰਿਹਾ ਸੀ। ਮੇਰਾ ਚਾਚਾ ਮੇਰੇ ਸਾਹਮਣੇ ਕਾਲੇ ਕੱਪੜੇ ਪਾ ਕੇ ਬਹਿ ਗਿਆ। ਉਹਨਾਂ ਮੈਨੂੰ ਆਪਣੇ ਸੀਨੇ ਨਾਲ ਘੁੱਟ ਕੇ ਲਾ ਲਿਆ। ਮੈਂ ਰੋ ਰਹੀ ਸੀ ਤੇ ਡਰ ਵੀ ਰਹੀ ਸੀ। ਫਿਰ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਮੂੰਹ ਦੇ ਉੱਤੇ ਚਾਚੇ ਦੇ ਹੰਝੂ ਗਿਰ ਰਹੇ ਹਨ। ਹੈਰਾਨ ਸੀ ਕਿ ਚਾਚਾ ਜੀ ਕਿਉਂ ਰੋ ਰਹੇ ਹਨ। ਫਿਰ ਉਹਨਾਂ ਮੈਨੂੰ ਕਿਹਾ ਕਿ ਪ੍ਰੀਤ, ਮੈਂ ਤੇਰੇ ਨਾਲ ਇਹ ਸਭ ਨਹੀਂ ਕਰ ਸਕਦਾ, ਕਿਉਂਕਿ ਤੂੰ ਮੇਰੇ ਭਰਾ ਦੀ ਨਿਸ਼ਾਨੀ ਹੈ ਤੇ ਸਾਡੀ ਧੀ ਹੈ, ਇਸ ਘਰ ਦੀ ਇੱਜ਼ਤ ਹੈ। ਮੈਂ ਉਹਨਾਂ ਦੀਆਂ ਗੱਲਾਂ ਸੁਣ ਕੇ ਚੌਂਕ ਗਈ ਸੀ। ਉਹਨਾਂ ਮੈਨੂੰ ਕਿਹਾ ਕਿ ਤੂੰ ਜਾ ਅਤੇ ਆਪਣੀ ਮਾਂ ਨੂੰ ਕਹਿ ਦੇ ਕਿ ਚਾਚਾ ਜੀ ਮੇਰੇ ਵਾਲ ਨਹੀਂ ਕੱਟ ਸਕਦੇ। ਮੈਂ ਪੌੜੀਆਂ ਉਤਰ ਕੇ ਆਪਣੀ ਮਾਂ ਨੂੰ ਸਭ ਦੱਸ ਦਿੱਤਾ। ਮੇਰੀ ਮਾਂ ਮੈਨੂੰ ਲੈ ਕੇ ਚਾਚੇ ਦੇ ਕਮਰੇ ਵਿੱਚ ਗਈ ਤੇ ਉੱਥੇ ਚਾਚਾ ਜੀ ਮੇਰੀ ਚਾਚੀ ਦੇ ਪੈਰਾਂ ਵਿੱਚ ਬਹਿ ਕੇ ਮਾਫ਼ੀ ਮੰਗ ਰਹੇ ਸੀ ਅਤੇ ਮੈਂ ਇਹ ਦੇਖ ਕੇ ਚੌਂਕ ਗਈ। ਮਾਂ ਨੇ ਕਿਹਾ ਕਿ ਮੈਨੂੰ ਵੀ ਦੱਸੋ ਕੀ ਗੱਲ ਹੈ, ਇਹ ਕੀ ਚੱਲ ਰਿਹਾ ਹੈ। ਫਿਰ ਚਾਚਾ ਜੀ ਨੇ ਸਾਡੇ ਸਾਹਮਣੇ ਇੱਕ ਐਸੇ ਰਾਜ਼ ਨੂੰ ਖੋਲ੍ਹਿਆ ਜਿਸ ਨੂੰ ਸੁਣ ਕੇ ਅਸੀਂ ਹੈਰਾਨ ਸੀ ਕਿ ਚਾਚਾ ਜੀ ਇਹ ਕਿਵੇਂ ਕਰ ਸਕਦੇ ਨੇ। ਫਿਰ ਉਹਨਾਂ ਦੱਸਿਆ ਕਿ ਕਈ ਸਾਲ ਪਹਿਲਾਂ ਮੇਰੇ ਚਾਚਾ ਜੀ ਪਿੰਡ ਦੇ ਸਰਪੰਚ ਦੇ ਵਾਲ ਕੱਟਦੇ ਸੀ। ਉਹ ਬਹੁਤ ਹੀ ਐਸ਼ਪ੍ਰਸਤੀ ਵਾਲਾ ਅਯਾਸ਼ ਬੰਦਾ ਸੀ
ਮੇਰੇ ਚਾਚਾ ਜੀ ਨੂੰ ਬਿਲਕੁਲ ਵੀ ਇਹ ਸਭ ਪਸੰਦ ਨਹੀਂ ਸੀ, ਪਰ ਮਜਬੂਰੀ ਸੀ। ਫਿਰ ਸਰਪੰਚ ਨੇ ਚਾਚਾ ਜੀ ਨੂੰ ਨੌਕਰੀ ਤੋਂ ਕੱਢ ਦਿੱਤਾ ਅਤੇ ਇੱਕ ਨਵਾਂ ਕੰਮ ਦੇ ਦਿੱਤਾ ਅਤੇ ਪਿੰਡ ਵਿੱਚ ਗੱਲ ਫੈਲਾ ਦਿੱਤੀ ਕਿ ਜਿਸ ਦੇ ਬਾਲ ਚਾਚਾ ਜੀ ਕੱਟ ਦਿੰਦੇ ਸਨ, ਉਸ ਦੀ ਕਿਸਮਤ ਚਮਕ ਜਾਂਦੀ। ਪਿੰਡ ਦੇ ਲੋਕ ਭੋਲੇ ਭਾਲੇ ਸੀ, ਉਹ ਬਹੁਤ ਜਲਦੀ ਹਰ ਗੱਲ ਦਾ ਸੱਚ ਮੰਨ ਲੈਂਦੇ ਸੀ। ਫਿਰ ਸਰਪੰਚ ਨੇ ਪਿੰਡ ਵਿੱਚ ਇਹ ਗੱਲ ਫੈਲਾ ਦਿੱਤੀ ਕਿ ਜੇਕਰ ਮੈਂ ਬਾਲ ਗਾਉਣ ਵਾਲੀ ਕੁੜੀ ਦੇ ਬਾਲ ਕੱਟੂੰਗਾ ਤਾਂ ਉਸ ਕੁੜੀ ਦੀ ਕਿਸਮਤ ਬਦਲ ਜਾਂਦੀ ਹੈ, ਉਸ ਦਾ ਵਿਆਹ ਵਧੀਆ ਘਰ ਵਿੱਚ ਹੁੰਦਾ ਹੈ। ਇਸ ਲਈ ਸਾਰੇ ਪਿੰਡ ਦੇ ਲੋਕ ਮੇਰੇ 'ਤੇ ਵਿਸ਼ਵਾਸ ਕਰਦੇ ਤੇ ਆਪਣੀ ਕੁੜੀਆਂ ਨੂੰ ਮੇਰੇ ਕੋਲ ਭੇਜ ਦਿੰਦੇ ਸੀ। ਮੈਨੂੰ ਇਹ ਕੋਈ ਕੰਮ ਮਾੜਾ ਨਹੀਂ ਲੱਗਾ। ਉਸਨੇ ਮੈਨੂੰ ਕਿਹਾ ਸੀ ਕਿ ਮੈਂ ਤੈਨੂੰ ਲੱਖਾਂ ਰੁਪਏ ਦੇ ਦੇਵਾਂਗਾ ਅਤੇ ਫਿਰ ਕੁੜੀਆਂ ਦੀ ਕਿਸਮਤ ਸੱਚ ਵਿੱਚ ਹੀ ਬਦਲ ਜਾਂਦੀ। ਮੈਨੂੰ ਬਹੁਤ ਖੁਸ਼ੀ ਹੁੰਦੀ ਸੀ। ਫਿਰ ਮੈਂ ਰਾਤ ਨੂੰ ਕੁੜੀਆਂ ਦੇ ਬਾਲ ਕੱਟਣੇ ਸ਼ੁਰੂ ਕਰ ਦਿੱਤੇ ਅਤੇ ਸਰਪੰਚ ਮੈਨੂੰ ਹਜ਼ਾਰਾਂ ਰੁਪਏ ਦਿੰਦਾ ਸੀ। ਇਹ ਰਾਜ਼ ਮੇਰੇ ਕੋਲ ਮੇਰੇ ਵਿਆਹ ਦੀ ਪਹਿਲੀ ਰਾਤ ਨੂੰ ਖੁੱਲ੍ਹਿਆ, ਪਰ ਮੈਂ ਉਦੋਂ ਤੱਕ ਉਸ ਦੇ ਜਾਲ ਵਿੱਚ ਫਸ ਗਿਆ ਸੀ, ਕਿਉਂਕਿ ਪਿੰਡ ਦੇ ਲੋਕ ਆਪਣੀਆਂ ਕੁੜੀਆਂ ਨੂੰ ਸਰਪੰਚ ਦੀਆਂ ਅੱਖਾਂ ਤੋਂ ਬਚਾ ਕੇ ਰੱਖਦੇ ਸਨ, ਕਿਉਂਕਿ ਉਸ ਦੀ ਨਜ਼ਰ 'ਤੇ ਚਰਿੱਤਰ ਠੀਕ ਨਹੀਂ ਸੀ। ਤੇਰੀ ਚਾਚੀ ਨੇ ਮੈਨੂੰ ਦੱਸਿਆ ਸੀ, ਕਿਉਂਕਿ ਇਹ ਵੀ ਉਸ ਦਾ ਸ਼ਿਕਾਰ ਹੋ ਗਈ ਸੀ। ਬਾਲ ਕਟਾ ਤੋਂ ਪਹਿਲਾਂ ਉਸ ਨੂੰ ਪਤਾ ਚੱਲ ਜਾਂਦਾ ਸੀ ਕਿ ਇਹ ਕੁੜੀ ਨਵੀਂ ਨਵੇਲੀ ਜਵਾਨ ਹੋਈ ਹੈ। ਫਿਰ ਉਹ ਉਹਨਾਂ ਨੂੰ ਆਪਣੀ ਹਵੇਲੀ ਬੁਲਾ ਕੇ ਗਲਤ ਕੰਮ ਕਰਦਾ ਸੀ। ਮੈਂ ਉਸ ਦੇ ਜਾਲ ਵਿੱਚ ਬੁਰੀ ਤਰ੍ਹਾਂ ਫਸ ਚੁੱਕਾ ਸੀ। ਤੇਰੀ ਚਾਚੀ ਨੂੰ ਸਭ ਪਤਾ ਸੀ ਕਿ ਉਹਨਾਂ ਕੁੜੀਆਂ ਨਾਲ ਕੀ ਹੁੰਦਾ ਹੈ, ਇਸ ਲਈ ਉਹ ਰੋਂਦੀ ਸੀ। ਮੈਂ ਤੇਰੇ ਵਾਲ ਇਸ ਲਈ ਨਹੀਂ ਕੱਟਣਾ ਚਾਹੁੰਦਾ ਕਿ ਤੂੰ ਵੀ ਉਸ ਦੀ ਨਜ਼ਰ ਵਿੱਚ ਨਾ ਆ ਜਾਵੇਂ। ਮੈਂ ਤੇ ਤੇਰੀ ਮਾਂ ਨੂੰ ਸੁਣ ਕੇ ਹੈਰਾਨ ਹੋ ਗਏ ਸੀ। ਮੈਂ ਆਪਣੇ ਚਾਚਾ ਜੀ ਨੂੰ ਹਮੇਸ਼ਾ ਗਲਤ ਸਮਝਦੀ ਸੀ, ਪਰ ਅੱਜ ਮੈਨੂੰ ਪਤਾ ਚੱਲ ਗਿਆ ਸੀ ਕਿ ਉਹ ਮੈਨੂੰ ਬਹੁਤ ਪਿਆਰ ਕਰਦੇ ਸੀ। ਫਿਰ ਮੇਰੇ ਚਾਚਾ ਜੀ ਨੇ ਮਾਂ ਤੇ ਚਾਚੀ ਨੂੰ ਕਿਹਾ ਕਿ ਤੁਸੀਂ ਸਮਾਨ ਬੰਨ੍ਹੋ, ਆਪਾਂ ਇੱਥੇ ਨਹੀਂ ਰਹਿਣਾ, ਅਤੇ ਉਹਨਾਂ ਕਿਹਾ ਕਿ ਪਿੰਡ ਦੀ ਮਾਸਟਰਨੀ ਨੂੰ ਮੈਂ ਚਿੱਠੀ ਲਿਖ ਦੇਣੀ ਹੈ। ਉਹ ਬਹੁਤ ਸਮਝਦਾਰ ਹੈ, ਉਹ ਪਿੰਡ ਵਾਲਿਆਂ ਨੂੰ ਦੱਸ ਦੇਵੇਗੀ ਕਿ ਉਹ ਬਚ ਕੇ ਰਹਿਣ, ਤਾਂ ਜੋ ਸਰਪੰਚ ਕੋਈ ਹੋਰ ਗੱਲ ਫੈਲਾ ਕੇ ਪਿੰਡ ਦੇ ਲੋਕਾਂ ਦਾ ਫਾਇਦਾ ਨਾ ਉਠਾਵੇ। ਚਾਚਾ ਜੀ ਨੇ ਸਭ ਕੁਝ ਚਿੱਠੀ ਵਿੱਚ ਲਿਖ ਕੇ ਮਾਸਟਰਨੀ ਨੂੰ ਦੇ ਦਿੱਤਾ। ਫਿਰ ਅਸੀਂ ਪਿੰਡ ਤੋਂ ਦੂਰ ਸ਼ਹਿਰ ਵਿੱਚ ਰਹਿਣ ਲੱਗੇ। ਉਸ ਤੋਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਪਿੰਡਾਂ ਵਿੱਚ ਵੱਧ ਤੋਂ ਵੱਧ ਸ਼ਹਿਰਾਂ ਵਾਂਗ ਪੜ੍ਹਾਈ ਦੀਆਂ ਸਹੂਲਤਾਂ ਦਿੱਤੀਆਂ ਜਾਣ, ਤਾਂ ਜੋ ਪਿੰਡਾਂ ਵਿੱਚ ਰਹਿੰਦੇ ਇਹੋ ਜਿਹੇ ਅਯਾਸ਼ ਲੋਕਾਂ ਤੋਂ ਭੋਲੇ ਭਾਲੇ ਲੋਕਾਂ ਨੂੰ ਆਪਣੀ ਕੁੜੀਆਂ ਨੂੰ ਬਚਾ ਸਕਣ। ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਣੀ। ਕਹਾਣੀ ਚੰਗੀ ਲੱਗੇ ਤਾਂ ਪਲੀਜ਼ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਪੰਜਾਬੀ ਵਿਰਸਾ ਕਹਾਣੀਆਂ ਨੂੰ ਸਪੋਰਟ ਕਰਿਓ। ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ। ਆਪਾਂ ਫੇਰ ਮਿਲਾਂਗੇ ਇੱਕ ਸੋਹਣੀ ਜਿਹੀ ਕਹਾਣੀ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।